ਜਿਹੜਾ ਪ੍ਰੋਫੈਸਰ ਲੱਗ ਗਿਆ ਉਹ ਕਿਸਾਨ ਨਹੀਂ ਵੱਜਣਾ। ਤੁਸੀਂ ਕਿਹਾ ਨਾ ਵੀ ਕਲਾਕਾਰ ਜੱਟਾਂ ਨੂੰ ਪ੍ਰਮੋਟ ਕਰਦੇ, ਸਹੀ ਮੈਨੂੰ ਚ ਜੱਟ ਦਾ ਤਾਂ ਤੁਹਾਨੂੰ ਵੀ ਨਹੀਂ ਪਤਾ ਵੀ ਜੱਟ ਹੈ ਕੀ। ਨੋ, ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਅਕਲ ਹੈ ਨਹੀਂ, ਮੰਨ ਲਓ ਕਲਾਕਾਰਾਂ ਨੂੰ ਅਕਲ ਹੈ ਨਹੀਂ, ਅਸੀਂ ਕਲਾਕਾਰਾਂ ਪ੍ਰਮੋਟ ਕਰਦੇ ਆ ਅਸਲੇ ਨੂੰ, ਫਿਰ ਤੁਸੀਂ ਫਤਿਹ ਸਿਰ ਢੱਕ ਕੇ ਕਿਉਂ ਨਹੀਂ ਬੁਲਾਈਆ? ਪੁੜਪੜੀਆਂ ਕਿਉਂ ਗੰਜੀਆਂ ਕਰੀ ਫਿਰਦੇ? ਜਾਂ ਮੈਂ ਆਉਣੀ ਹੈ ਤਾਂ ਦਿਲੋਂ ਆਉਂਦੀ, ਸ਼ਾਇਦ ਇਸੇ ਕਰਕੇ ਮੈਨੂੰ ਕੱਬੀ ਵੀ ਕਿਹਾ ਜਾਂਦਾ, ਕੜਵੀ ਵੀ ਕਹਿੰਦੇ, ਸੱਚ ਹੈ ਜਿਹੜਾ ਉਹ ਕੌੜਾ ਲੱਗਦਾ। ਮੈਨੂੰ ਜੇ ਸ਼ਾਮ ਨੂੰ ਵੀ ਸਰਦਾਰ ਸਾਹਿਬ ਤੁਸੀਂ ਟਾਈਮ ਦੇ ਦਿੰਦੇ, ਮੈਂ ਤੁਹਾਨੂੰ ਸ਼ਿਕਾਇਤ ਨਹੀਂ ਕਰਨੀ ਸੀ। ਹਰ ਬੰਦਾ ਮਜ਼ਦੂਰ ਹੈ, ਸਹੀ ਮਾਇਨੇ ਚ ਬਾਦਸ਼ਾਹ ਕੋਈ ਵੀ ਨਹੀਂ। ਜੇ ਕੋਈ ਬਾਦਸ਼ਾਹ ਹੈ ਨਾ ਤਾਂ ਉਹ ਵੀ ਮਜ਼ਦੂਰਾਂ ਦੀ ਕਮਾਈ ਖਾ ਕੇ ਬਾਦਸ਼ਾਹ ਬਣਦਾ ਹੈ। ਮਜ਼ਦੂਰ ਹੀ ਉਹਨੂੰ ਬਾਦਸ਼ਾਹ ਬਣਾਉਂਦੇ ਨੇ। ਅੱਗੇ ਜੈਲਦਾਰੀ ਕਿਉਂ ਹੁੰਦੀ ਸੀ, ਬਾਦਸ਼ਾਹੀ ਕਿਉਂ ਹੁੰਦੀ ਸੀ? ਕਿਉਂਕਿ ਉਹ ਇਲਾਕਿਆਂ ਤੇ ਰਾਜ ਕਰਦੇ ਸੀ, ਉਹ ਇਲਾਕੇ ਮਜ਼ਦੂਰੀ ਕਰਦੇ ਸੀ, ਫਿਰ ਬਾਦਸ਼ਾਹ ਉਹਨਾਂ ਤੋਂ ਟੈਕਸ ਦੇ ਰੂਪ 'ਚ ਸਾਰਾ ਕੁਝ ਖੋਹ ਲੈਂਦਾ ਸੀ ਤੇ ਇਕੱਲੇ ਕੱਪੜੇ ਤੇ 2 ਟਾਈਮ ਦਾ ਖਾਣਾ ਰਹਿ ਜਾਂਦਾ ਸੀ। ਮੈਨੂੰ ਸ਼ਾਬਾਸ਼ੀ ਲੈਣ ਲਈ ਮੈਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਨਾ। ਪਹਿਲੀ ਗੱਲ ਤਾਂ ਆਪਣਾ ਏਕਾ ਬਹੁਤ ਜ਼ਰੂਰੀ ਹੈ। ਮੈਂ ਕਿਸਾਨ ਦੀ ਬੇਟੀ ਹਾਂ, ਕਿਸਾਨ ਦੀ ਪਤਨੀ ਹਾਂ। ਹਾਂ, ਕੋਈ ਕਿਸਾਨ ਬਹੁਤਾ ਅਮੀਰ ਹੋ ਸਕਦਾ, ਕੋਈ ਗਰੀਬ ਹੋ ਸਕਦਾ। ਮੈਂ ਮਜ਼ਦੂਰ ਵੀ ਹਾਂ, 2-4 ਕਿੱਲੀਆਂ ਪਰਮਾਤਮਾ ਨੇ ਦਿੱਤੀਆਂ ਹੈ ਨਾ ਜੀ, ਕੁਛ ਕਾਪ ਵਾਹ ਲਈ ਦੀਆਂ ਤੇ ਕੁਛ ਠੇਕੇ ਤੇ ਦੇ ਦੀਆਂ। ਹਾਂ, ਹੁਣ ਕਿਸਾਨ ਸਿਆਣਾ ਜ਼ਰੂਰ ਹੋਇਆ। ਪਹਿਲਾਂ ਕੀ ਹੁੰਦਾ ਸੀ, ਜੇ 5 ਪੁੱਤ 5 ਕਿਸਾਨੀ 'ਚ ਹੁੰਦੇ ਸੀ। ਹੁਣ ਕਿਸਾਨ ਚਾਹੁੰਦਾ ਵੀ ਇੱਕ ਮੇਰਾ ਥਾਣੇਦਾਰ ਲੱਗੇ, ਇੱਕ ਮੇਰਾ ਬਾਹਰ ਜਾਵੇ, ਇੱਕ ਮੇਰਾ ਖੇਤੀ ਕਰੇ ਤੇ ਇੱਕ ਮੇਰਾ ਪ੍ਰੋਫੈਸਰ ਲੱਗੇ। ਤੇ ਕਾਕਾ ਜੀ ਜਿਹੜੇ 4 ਨੇ ਉਹ ਕਿਸਾਨ ਨਹੀਂ ਵੱਜਣੇ? ਜਿਹੜਾ ਕੈਨੇਡਾ ਵਗ ਗਿਆ ਉਹ ਕਿਸਾਨ ਨਹੀਂ ਵੱਜਣਾ? ਜਿਹੜਾ ਪ੍ਰੋਫੈਸਰ ਲੱਗ ਗਿਆ ਉਹ ਕਿਸਾਨ ਨਹੀਂ ਵੱਜਣਾ? ਤੁਸੀਂ ਕਿਹਾ ਨਾ ਵੀ ਕਲਾਕਾਰ ਜੱਟਾਂ ਨੂੰ ਪ੍ਰਮੋਟ ਕਰਦੇ, ਸਹੀ ਮੈਨੂੰ ਚ ਜੱਟ ਦਾ ਤਾਂ ਤੁਹਾਨੂੰ ਵੀ ਨਹੀਂ ਪਤਾ ਵੀ ਜੱਟ ਹੈ ਕੀ। ਨੋ, ਪਹਿਲਾਂ ਮੇਰੀ ਗੱਲ ਸੁਣੋ। ਜਦੋਂ ਕਲਾਕਾਰ ਨਹੀਂ ਬੋਲਿਆ, ਤੁਸੀਂ ਕਲਾਕਾਰਾਂ ਨੂੰ ਕਿਉਂ ਬੋਲਦੇ ਹੋ? ਜੱਟ ਸਹੀ ਮਾਇਨੇ ਚ ਜਿਵੇਂ ਬੋਰਡ ਦੀਆਂ ਜਟਾਵਾਂ ਹੁੰਦੀਆਂ ਨੇ ਨਾ ਜੀ। ਬਾਪੂ ਜੀ ਤੁਸੀਂ ਬਹੁਤ ਸਿਆਣੇ ਹੋ। ਕਹਿੰਦੇ ਬੋਰਡ ਕਰੋੜਾਂ ਸਾਲ ਇਸ ਧਰਤੀ ਤੇ ਰਾਜ ਕਰਦਾ, ਛਾਂ ਦਿੰਦਾ। ਜੱਟ ਦੀ ਕੋਈ ਜਾਤ ਨਹੀਂ ਹੈ। ਜੱਟ ਉਸ ਇਨਸਾਨ ਨੂੰ ਕਿਹਾ ਜਾਂਦਾ ਹੈ ਜਿਹੜਾ ਸਖਤ ਹੋਵੇ, ਹਰ ਬਾਹ ਨੂੰ, ਹਰ ਮੌਸਮ ਨੂੰ, ਹਰ ਬੁਰਾਈ ਨੂੰ, ਹਰ ਧੱਕੇ ਨੂੰ ਆਪਦੇ ਆਪ ਤੇ ਬਰਦਾਸ਼ਤ ਕਰਦਾ। ਇੱਕ ਸਖਤ ਇਨਸਾਨ ਨੂੰ ਜੱਟ ਕਿਹਾ ਗਿਆ। ਜੱਟ ਕਾਕਾ ਜੀ ਕੋਈ ਜਾਤ ਨਹੀਂ। ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਅਕਲ ਹੈ ਨਹੀਂ, ਮੰਨ ਲਓ ਕਲਾਕਾਰਾਂ ਨੂੰ ਅਕਲ ਹੈ ਨਹੀਂ, ਅਸੀਂ ਕਲਾਕਾਰਾਂ ਪ੍ਰਮੋਟ ਕਰਦੇ ਹਾਂ ਅਸਲੇ ਨੂੰ, ਫਿਰ ਤੁਸੀਂ ਫਤਿਹ ਸਿਰ ਢੱਕ ਕੇ ਕਿਉਂ ਨਹੀਂ ਬੁਲਾਈਆ? ਪੁੜਪੜੀਆਂ ਕਿਉਂ ਗੰਜੀਆਂ ਕਰੀ ਫਿਰਦੇ ਹੋ? ਫਿਰ ਜਵਾਬ ਤਾਂ ਸਾਨੂੰ ਵੀ ਆਉਂਦੇ ਆ ਨਾ। ਕਹਿੰਦੇ ਆਪਾਂ ਇਕੱਠੇ ਹੋਏ ਆ ਜਦ ਤੱਕ ਆਪਾਂ ਇੱਕ ਦੂਜੇ ਤੇ ਕਿੰਤੂ ਪਰੰਤੂ। ਮੇਰੀ ਮੇਨ ਸੋਚ ਇਹ ਹੈ, ਮੈਂ ਬੱਚਾ ਹੈ, ਮੇਰਾ ਬੇਟਿਆਂ ਵਰਗਾ ਹੈ, ਮੈਂ ਬੇਟਾ ਇਹ ਗੱਲ ਕਹਿਣੀ ਆ ਵੀ ਇਹ ਚੀਜ਼ਾਂ ਛੱਡ ਦੋ। ਆਹੀ ਚੀਜ਼ਾਂ ਮੀਡੀਆ 'ਚ ਆਉਣਗੀਆਂ ਤੇ ਆਹੀ ਚੀਜ਼ਾਂ ਸੁਣ ਕੇ ਗੌਰਮੈਂਟ ਆਪਣਾ ਫਾਇਦਾ ਲਊ ਵੀ ਯਾਰ ਇਹ ਤਾਂ ਪਹਿਲਾਂ ਹੀ ਪਾਟੇ ਪਏ। ਕਿਉਂ? ਜੇ ਮੇਰੀ ਗੱਲ ਸੱਚੀ ਹੈ ਤਾਂ ਤਾੜੀ ਮਾਰ ਦਿਓ, ਅਦਰਵਾਈਜ਼ ਨਾ ਮਾਰਿਓ। ਆਪਾਂ ਨਿੱਕੀਆਂ ਨਿੱਕੀਆਂ ਜਿਹੜੀਆਂ ਕਿੰਤੂ ਪਰੰਤੂ ਚੁੰਝਾਂ ਇੱਕ ਦੂਜੇ ਨੂੰ ਲਾਉਨੇ ਆ ਨਾ, ਇਹੀ ਚੁੰਝਾਂ ਉੱਥੇ ਦਿੱਲੀ ਤੱਕ ਪਹੁੰਚਦੀਆਂ ਨੇ। ਫਿਰ ਉਹ ਚੁੰਝਾਂ ਨੂੰ ਇਕੱਠੀਆਂ ਕਰਦੇ ਆ। ਉਹ ਕਹਿੰਦੇ ਫਿਰ ਸਾਨੂੰ ਮਾਰਨ ਦੀ ਕੀ ਲੋੜ ਹੈ, ਤਾਂ ਆਪ ਹੀ ਮਰੇ ਪਏ ਨੇ, ਹੈ ਨਾ। ਇਹ ਇੱਕ ਸਿਆਣਿਆਂ ਦੀ ਸੋਚ ਹੈ। ਮੈਂ ਜ਼ਿੰਦਗੀ ਦੀ ਕਿਤਾਬ ਪੜ੍ਹੀ ਹੈ, ਮੈਨੂੰ ਬਹੁਤਾ ਕੁਛ ਨਹੀਂ ਪਤਾ। ਮੈਂ ਹਰ ਜਥੇਬੰਦੀ ਦਾ, ਹਰ ਕਿਸਾਨ ਆਗੂ ਦਾ, ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਮਾਵਾਂ ਨੂੰ, ਉਹਨਾਂ ਸੁਹਾਗਣਾਂ ਨੂੰ, ਉਹਨਾਂ ਭੈਣਾਂ ਨੂੰ ਸਲਾਮ ਕਰਦੀ ਹਾਂ ਕਿ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਚੋਂ ਨਹੀਂ ਕੀਤੀ, ਹੈ ਨਾ ਜੀ। ਤੇ ਮੈਂ ਅੱਗੇ ਤੋਂ ਕਹਿੰਦੀ ਹਾਂ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ। ਰੈਲੀਆਂ ਕਰੋ, ਰੈਲੀਆਂ ਮੈਂ ਇਹ ਨਹੀਂ ਕਹਿੰਦੀ ਵੀ ਬੰਦ ਕਰੋ, ਕਿਉਂਕਿ ਹੌਲੀ 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 ਇੱਕ ਬੂੰਦ ਡਿੱਗਦੀ ਹੈ, ਫਿਰ 2 ਡਿੱਗਦੀ ਹੈ, ਫਿਰ 3 ਬੂੰਦਾਂ ਡਿੱਗਦੀਆਂ ਨੇ। ਅੱਜ ਜੇ 10,000 ਬੰਦਾ ਇਕੱਠਾ ਹੋਇਆ, ਫਿਰ ਰੈਲੀ ਕਰਾਂਗੇ, ਫਿਰ 15,000 ਬੰਦਾ ਹੋਊ, ਫਿਰ 20,000 ਹੋਊ, ਫਿਰ 50,000 ਹੋਊ, ਫਿਰ ਲੱਖਾਂ ਹੋਣਗੇ, ਫਿਰ ਜਾ ਕੇ ਮਿਲੀਅਨ ਤੇ ਜਿਹੜਾ ਇਕੱਠ ਹੈ ਪਹੁੰਚੂਗਾ। ਰੈਲੀਆਂ ਬੰਦ ਨਾ ਕਰਿਓ, ਹੈ ਨਾ। ਬਾਕੀ ਜੇ ਕਲਾਕਾਰਾਂ ਦੀ ਗੱਲ ਹੈ ਤਾਂ ਕਲਗੀਧਰ ਪਾਤਸ਼ਾਹ ਜਦੋਂ ਯੁੱਧ ਲੜਦੇ ਸੀ ਨਾ, ਰਾਤ ਨੂੰ ਆਪਦੇ ਫੌਜਾਂ ਨੂੰ ਵਾਰਾਂ ਸੁਣਾਉਂਦੇ ਸੀ। ਕਿਉਂ? ਜਿਵੇਂ ਸਾਡੇ ਵੀਰ ਜੀ ਕਹਿ ਕੇ ਗਏ ਸੀ, ਹਰ ਬੰਦਾ ਆਪਦੇ ਵਿਊ ਦਿੰਦਾ। ਜਿਹੜਾ ਲਿਖਦਾ ਉਹ ਕਲਮ ਰਾਹੀਂ ਵਿਊ ਦਿੰਦਾ, ਹੈ ਨਾ ਜੀ। ਜਿਹੜਾ ਗਾਉਂਦਾ ਹੈ ਉਹ ਗਾ ਕੇ ਹੱਲਾਸ਼ੇਰੀ ਦਿੰਦਾ। ਜਿਹੜਾ ਕਿਸਾਨ ਹੈ ਉਹ ਆਪਦਾ ਸਮਾਂ ਦੇ ਕੇ ਹੱਲਾਸ਼ੇਰੀ ਦਿੰਦਾ। ਸਾਡੀਆਂ ਬੀਬੀਆਂ ਭੈਣਾਂ ਘਰ ਛੱਡ ਕੇ, ਆਪਦਾ ਘਰ ਦਾ ਕੰਮ ਛੱਡ ਕੇ ਇੱਥੇ ਆ ਕੇ ਜਿਹੜੀਆਂ ਬੈਠੀਆਂ ਨੇ, ਇਹ ਇਹਨਾਂ ਦੀ ਹੱਲਾਸ਼ੇਰੀ ਦਾ ਤਰੀਕਾ ਹੈ। ਜਿਹੜੀ ਚਾਹ ਦੀ ਸੇਵਾ ਕਰ ਰਹੇ ਨੇ ਉਹ ਉਹਨਾਂ ਦਾ ਤਰੀਕਾ ਹੈ। ਜਿਹੜਾ ਮੀਡੀਆ ਸੇਵਾ ਕਰ ਰਿਹਾ ਇਹ ਇਹਨਾਂ ਦਾ ਤਰੀਕਾ ਹੈ। ਕਹਿੰਦੇ ਸਾਰੇ ਤਰੀਕਿਆਂ ਨੂੰ ਇੱਕ ਮੁੱਠੀ 'ਚ ਬੰਦ ਕਰ ਲਓ, ਨਾ ਕਿ ਅੱਡ ਅੱਡ ਤਰੀਕਿਆਂ ਨੂੰ ਨਿੰਦੋ ਨਾ। ਕਿਸੇ ਵੀ ਤਰੀਕੇ ਨੂੰ ਨਾ। ਜੇ ਜਿੱਤ ਪ੍ਰਾਪਤ ਕਰਨੀ ਹੈ
तो किसी को निंदना बंद कर दो। ਜਿਹੜਾ ਭਾਵੇਂ ਦੋ ਲੱਤਾਂ ਵਾਲਾ ਆ ਗਿਆ, ਭਾਵੇਂ ਇੱਕ ਲੱਤ ਵਾਲਾ ਆ ਗਿਆ, ਭਾਵੇਂ ਜਿਹਦੇ ਦੋਨੇ ਲੱਤਾਂ ਹੈ ਹੀ ਨਹੀਂ, ਆਏ ਤਾਂ ਸਹੀ ਨਾ। ਜੇ ਤੁਸੀਂ ਕਹੋਗੇ ਵੀ ਡੂਢ ਲੱਤਾਂ ਵਾਲਾ ਆਇਆ, ਜੇ ਤੁਸੀਂ ਕਹੋਗੇ ਵੀ ਦੋਨੇ ਲੱਤਾਂ ਵਾਲਾ ਨਹੀਂ ਆਇਆ, ਹਨਾ, ਇਹ ਚੀਜ਼ਾਂ ਬੰਦ ਕਰ ਦੋ। ਨਹੀਂ ਆਪਾਂ ਆਪਦੇ ਆਪ 'ਚ ਹੀ ਘੁਲ ਘੁਲ ਕੇ ਮਰ ਜਾਵਾਂਗੇ। ਜੋ ਆਉਂਦਾ ਦਿਲੋਂ ਆਓ, ਭਾਵੇਂ ਇੱਕ ਸ਼ਬਦ ਕਹੋ, ਭਾਵੇਂ ਦੋ ਸ਼ਬਦ ਕਹੋ, ਮੈਂ ਦਿਲੋਂ ਆਈ ਹਾਂ। ਭਾਵੇਂ ਮੈਨੂੰ ਤੁਸੀਂ ਰਾਤ ਨੂੰ 8 ਵਜੇ ਟਾਈਮ ਦੇ ਦਿੰਦੇ, ਮੈਂ ਉਦੋਂ ਤੱਕ ਬੈਠੇ ਰਹਿਣਾ ਸੀ। ਜਾਂ ਮੈਂ ਆਉਂਦੀ ਨਹੀਂ, ਜਾਂ ਮੈਂ ਆਉਣੀ ਹੈ ਤਾਂ ਦਿਲੋਂ ਆਉਣੀ। ਸ਼ਾਇਦ ਇਸੇ ਕਰਕੇ ਮੈਨੂੰ ਕੱਬੀ ਵੀ ਕਿਹਾ ਜਾਂਦਾ, ਕੜਵੀ ਵੀ ਕਹਿੰਦੇ। ਸੱਚ ਹੈ ਜਿਹੜਾ ਉਹ ਕੌੜਾ ਲੱਗਦਾ। ਮੈਨੂੰ ਜੇ ਸ਼ਾਮ ਨੂੰ ਵੀ ਸਰਦਾਰ ਸਾਹਿਬ ਤੁਸੀਂ ਟਾਈਮ ਦੇ ਦਿੰਦੇ, ਮੈਂ ਤੁਹਾਨੂੰ ਸ਼ਿਕਾਇਤ ਨਹੀਂ ਕਰਨੀ ਸੀ, ਕਿਉਂਕਿ ਜਦੋਂ ਆ ਹੀ ਗਈ, ਤੁਸੀਂ ਕਿਹੜਾ ਆਪਦੇ ਲਈ ਕੁਝ ਕਰ ਰਹੇ ਹੋ, ਤੁਸੀਂ ਸਾਰੇ ਕਿਸਾਨਾਂ, ਸਾਰੇ ਮਜ਼ਦੂਰਾਂ ਲਈ, ਸਾਰੇ ਆਪਾਂ ਇਕੱਠੇ ਹੋਏ ਹਾਂ। ਮੈਂ ਕੋਈ ਸਪੈਸ਼ਲ ਨਹੀਂ। ਹਾਂ, ਜਿਹੜੀ ਮੇਰੀ ਕਲਾਕਾਰੀ ਦੀ ਜੌਬ ਹੈ ਉਹ ਮੇਰੀ ਇੱਕ ਨੌਕਰੀ ਹੈ, ਮੈਂ ਆਪਦੇ ਬੱਚੇ ਪਾਲਣੇ ਆ, ਪਰ ਉਹਦੇ ਨਾਲ ਨਾਲ ਮੈਂ ਇੱਕ ਕਿਸਾਨ ਵੀ ਹਾਂ, ਹੈ ਨਾ ਜੀ। ਐਜ ਏ ਕਿਸਾਨ ਇਸ ਰੈਲੀ ਤੇ ਆ ਕੇ ਮੈਂ ਕੋਈ ਆਸਾਨ ਨਹੀਂ ਕੀਤਾ। ਮੈਂ ਤੁਹਾਡੀ ਬੱਚੀ ਹਾਂ, ਮੈਂ ਤੁਹਾਡੇ ਪੰਜਾਬ ਦੀ ਆਰਟਿਸਟ ਹਾਂ, ਤੇ ਬਾਕੀ ਮੇਰੇ ਤੋਂ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ, ਪਰ ਮੈਂ 2 ਲਾਈਨਾਂ ਗਾ ਕੇ ਜੋਸ਼ ਜ਼ਰੂਰ ਭਰਾਂਗੀ ਤੇ ਫਤਿਹ ਗੱਜ ਵੱਜ ਕੇ ਬੁਲਾਉਣੀ ਹੈ। ਪਹਿਲਾ, ਪੈਰ ਪੈਰ ਤੇ ਬਦਲ ਹੈ ਜਾਣਾ ਕੰਮ ਨਹੀਂ ਬੰਦੇ ਦਾ, ਪੈਰ ਪੈਰ ਤੇ ਬਦਲ ਹੈ ਜਾਣਾ ਕੰਮ ਨਹੀਂ ਬੰਦੇ ਦਾ, ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ, ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ, ਉਤਰੇ ਬੰਦਾ ਪੂਰਾ ਕੱਢੇ ਬੋਲ ਜ਼ਬਾਨਾਂ ਚੋਂ, ਉਤਰੇ ਬੰਦਾ ਪੂਰਾ ਕੱਢੇ ਬੋਲ ਜ਼ਬਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ। ਕਹਿੰਦੇ ਭਗਤ ਸਰਾਭੇ ਜਿੰਦ ਕੌਮ ਦੇ ਲੇਖੇ ਲਾਈ ਐ, ਫਾਂਸੀ ਵਾਲੀ ਰੱਸੀ ਚੁੰਮਕੇ ਗਲ ਵਿੱਚ ਪਾਈ ਐ। ਭਗਤ ਸਰਾਭੇ ਜਿੰਦ ਕੌਮ ਦੇ ਲੇਖੇ ਲਾਈ ਐ, ਫਾਂਸੀ ਵਾਲੀ ਰੱਸੀ ਚੁੰਮ ਕੇ ਗਲ ਵਿੱਚ ਪਾਈ ਐ। ਵਾਰਾਂ ਸੁਣੀਆਂ ਜਾਂਦੀਆਂ ਤਾਈਓ ਅੱਜ ਦੀਵਾਨਾਂ ਚੋਂ, ਵਾਰਾਂ ਸੁਣੀਆਂ ਜਾਂਦੀਆਂ ਤਾਈਓ ਅੱਜ ਦੀਵਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ। ਫੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾ ਜੀ, ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਾਸਾ ਜੀ। ਫੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾ ਜੀ, ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਾਸਾ ਜੀ। ਹੱਥ ਸੀਸ ਤੇ ਖੰਡਾ ਚਮਕੇ ਹੈ ਕਿਰਪਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ, ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮੈਦਾਨਾਂ ਚੋਂ।